831 पेज। ਗਿਆਨ ਗਿਆਨ ਕਥੇ ਸਭ ਕੋਈ, ਹਰ ਕੋਈ ਗਿਆਨ ਗਿਆਨ ਦਾ ਕਥਨ ਕਰ ਰਿਹਾ। ਕਥ ਕਥ ਬਾਦ ਕਰੇ ਦੁੱਖ ਹੋਈ। ਉਹ ਇੱਕ ਦੂਜੇ ਨਾਲ ਕਿਸੇ ਕੋਲ ਹੋਰ ਕਿਸਮ ਦਾ ਗਿਆਨ ਆ, ਮਾੜਾ ਮੋਟਾ ਫਰਕ ਆ, ਕਿਸੇ ਕੋਲ ਮਾੜਾ ਮੋਟਾ ਕੋਈ ਹੋਰ ਕਿਸਮ ਦਾ, ਇੱਕ ਦੂਜੇ ਨਾਲ ਬਾਦ ਵਿਚਾਰ ਕਰਕੇ ਫਿਰ ਉਹ ਬਹਿਸਬਾਜ਼ੀ 'ਚ ਪੈਂਦੇ ਨੇ। ਬਾਦ ਹੁੰਦਾ ਬਹਿਸ, ਅਤੇ ਮਨ ਦੁਖੀ ਕਰਦੇ ਨੇ। ਕਥ ਕਹਿਣੇ ਤੇ ਰਹੇ ਨਾ ਕੋਈ। ਜੇ ਕੋਈ ਇੱਕ ਬੰਦਾ ਕਿਸੇ ਨੂੰ ਉਪਦੇਸ਼ ਕਰਦਾ ਕਿਸੇ ਵੀ ਤਰੀਕੇ ਨਾਲ, ਉਹਦੇ ਕਹਿਣ ਨਾਲ ਕਿਸੇ ਨੂੰ ਕੋਈ ਫਰਕ ਨਹੀਂ ਪੈਂਦਾ, ਬਸ ਸੁਣ ਕੇ ਇੱਕ ਕੰਨ 'ਚ ਪਾ ਕੇ ਦੂਜੇ 'ਚ ਕੱਢ ਦਊਗਾ, ਐਵੇਂ ਮਨ ਨਹੀਂ ਰਹਿੰਦਾ, ਟਿਕਦਾ ਨੀਗਾ। ਬਿਨ ਰਸ ਰਾਤੇ ਮੁਕਤੀ ਨਾ ਹੋਈ। ਕਹਿਣ ਨਾਲ ਮਨ ਨਹੀਂ ਟਿਕਣਾ, ਜਿੰਨਾ ਚਿਰ ਰਸ ਦੇ ਵਿੱਚ ਰੱਤਿਆ ਨਹੀਂ ਜਾਂਦਾ, ਫਿਰ ਮੁਕਤੀ ਹੋਣੀ ਅਸਲ 'ਚ। ਗਿਆਨ ਧਿਆਨ ਸਭ ਗੁਰ ਤੇ ਹੋਈ। ਜਿਹੜਾ ਗਿਆਨ ਅਤੇ ਧਿਆਨ ਆ ਉਹ ਸਭ ਗੁਰ ਤੇ ਹੋਣਾ। ਗੁਰ ਹੁੰਦਾ ਵਿਚਾਰ। ਜਿੰਨਾ ਚਿਰ ਕੋਈ ਬੰਦਾ ਸੁਣੇ ਤੇ ਨਹੀਂ ਇੰਨਾ ਫਰਕ ਪੈਣਾ ਹੈਗਾ, ਉਹ ਤਾਂ ਇੱਕ ਵਾਰ ਸੁਣ ਕੇ ਮਾੜਾ ਮੋਟਾ ਸੇਧ ਮਿਲ ਜਾਏਗੀ, ਫਿਰ ਮਨ ਨੇ ਉੱਥੇ ਹੀ ਚਲੇ ਜਾਣਾ। ਜਿੰਨਾ ਚਿਰ ਕੋਈ ਆਪ ਨਹੀਂ ਵਿਚਾਰਦਾ। ਗਿਆਨੀ ਸੋ ਜੋ ਆਪ ਵਿਚਾਰੇ। ਜਿਹੜਾ ਆਪ ਵਿਚਾਰੂਗਾ ਉਹਨੂੰ ਸੰਪੂਰਨ ਸਮਝ ਆਊਗੀ। ਜਿਵੇਂ ਬਾਬੇ ਨਾਨਕ ਨੇ ਉਪਦੇਸ਼ ਤਾਂ ਬਹੁਤ ਸਾਰਿਆਂ ਨੂੰ ਦਿੱਤੇ ਸੀਗੇ, ਬਹੁਤ ਸਾਰਿਆਂ ਨੂੰ, ਪਰ ਸਮਝ ਇਕੱਲੀ ਲੈਣੇ ਨੂੰ ਆਈ ਸੀ। ਜਿਹੜੇ ਅੰਗਦ ਹੋਏ ਸੀਗੇ, ਸਮਝ ਉਹਨਾਂ ਨੂੰ ਇਕੱਲੇ ਨੂੰ ਉਹਨਾਂ ਨੂੰ ਕਿਉਂ ਆਈ? ਕਿਉਂਕਿ ਉਹਨਾਂ ਨੇ ਆਪ ਵਿਚਾਰਿਆ, ਉਹਨਾਂ ਦੀ ਆਪਣੇ ਐਫਰਟ ਸੀਗੇ। ਬਾਕੀ ਤਾਂ ਸੁਣ ਕੇ ਹਾਂ ਹਾਂ ਕਰ ਦਿੰਦੇ ਸੀਗੇ, ਪਰ ਉਹਨਾਂ ਨੇ ਆਪ ਵਿਚਾਰ ਕੇ ਗਿਆਨ ਧਿਆਨ ਸਭ ਗੁਰ ਤੇ ਹੋਈ। ਫਿਰ ਗੁਰ ਤੋਂ ਅਸਲੀ ਸਮਝ ਆਉਂਦੀ ਆ, ਦੂਜੇ ਦੇ ਬੰਦੇ ਦੇ ਦੱਸਣ 'ਤੇ ਨਹੀਂ ਸਮਝ ਆਉਂਦੀ, ਕਦੇ ਸੇਧ ਮਿਲ ਸਕਦੀ ਆ। ਸਾਚੀ ਰਹਿਤ ਸਾਚਾ ਮਨੀ ਸੋਈ। ਇਹੀ ਸਿੱਖ ਦੀ ਰਹਿਤ ਆ। ਜਦੋਂ ਉਹਨੂੰ ਮਾੜੀ ਮੋਟੀ ਸੇਧ ਮਿਲ ਗਈ ਜਾਂ ਆਪਣੇ ਆਪ ਕੋਈ ਉਹਨੇ ਐਫਰਟ ਕੀਤਾ ਅਤੇ ਉਹ ਗੁਰ ਤੋਂ ਗਿਆਨ ਪ੍ਰਾਪਤ ਕਰਨਾ ਸ਼ੁਰੂ ਕਰਤਾ। ਆਪਣੇ ਗੁਰ ਤੋਂ ਆਪ ਵਿਚਾਰੂਗਾ ਗੁਰਬਾਣੀ, ਅਤੇ ਜਾਂ ਇਸ ਸੰਸਾਰ ਨੂੰ ਵਿਚਾਰੂਗਾ, ਅਤੇ ਵਿਚਾਰ ਕੇ ਜੋ ਅਸਲੀ ਤੱਤ ਗਿਆਨ ਅਸਲ ਦਾ ਗਿਆਨ ਇਕੱਠਾ ਹੋਊਗਾ, ਉਹ ਅਸਲੀ ਰਹਿਤ ਆ ਸਿੱਖ ਦੀ। ਮਨਮੁਖ ਕਥਨੀ ਹੈ ਪਰ ਰਹਿਤ ਨਾ ਹੋਈ। ਮਨਮੁਖ ਨੇ ਜਿਹੜੇ ਉਹ ਕਥਨੀਆਂ ਕਰਦੇ ਨੇ, ਉਹਨਾਂ ਦੀ ਕੋਈ ਰਹਿਤ ਨਹੀਂ ਹੈਗੀ। ਉਹ ਆਪ ਨਹੀਂ ਵਿਚਾਰ ਕਰਦੇ, ਬਸ ਹਾਂ ਹੂੰ ਕਰਕੇ ਇੱਕ ਕੰਨ 'ਚ ਪਾ ਕੇ ਦੂਜੇ ਹੀ ਕੱਢ ਦਿੰਦੇ ਨੇ। ਡੇਲੀ ਗੁਰਦੁਆਰੇ ਆਉਣਾ ਜਾਣਾ, ਇਹ ਸਭ ਕਥਨੀਆਂ ਨੇ, ਇਹ ਰਹਿਤ ਨਹੀਂ ਹੈਗੀ। ਰਹਿਤ ਅਸਲ 'ਚ ਆਹ ਸਾਨੂੰ ਦੱਸਿਆ ਹੋਇਆ ਰਹਿਤ ਵੀ ਕੀ ਹੁੰਦੀ ਆ, ਕਿਵੇਂ ਕੀ ਰਹਿਣੀ ਆ ਸਿੱਖ ਦੀ, ਕਿਵੇਂ ਗੁਰ ਤੋਂ ਗਿਆਨ ਪ੍ਰਾਪਤ ਕਰਨਾ। ਆਪਾਂ ਇਹ ਕਿਉਂ ਗੱਲ ਕਰਦੇ ਹਾਂ ਵੀ ਗੁਰਬਾਣੀ ਨੂੰ ਪੜ੍ਹ ਕੇ ਵਿਚਾਰ ਕੇ ਇੱਥੋਂ ਅਸਲ ਗਿਆਨ ਮਿਲਦਾ, ਅਤੇ ਜੇ ਗੁਰਬਾਣੀ ਨਾ ਵੀ ਹੋਵੇ ਸੰਸਾਰ ਨੂੰ ਵਿਚਾਰ ਕੇ ਵੀ ਗਿਆਨ ਮਿਲ ਸਕਦਾ। ਪਰ ਸੰਸਾਰ ਨੂੰ ਵਿਚਾਰ ਕੇ ਗਿਆਨ ਪ੍ਰਾਪਤ ਕਰਨਾ ਬਹੁਤ ਕਠਿਨ ਆ ਅਤੇ ਬਹੁਤ ਲੰਮਾ ਪ੍ਰੋਸੀਜਰ ਆ। ਲੰਮਾ ਮਤਲਬ ਬਹੁਤ ਹੌਲੀ ਹੌਲੀ ਗਿਆਨ ਪ੍ਰਾਪਤ ਹੋਊਗਾ। ਜੇ ਕਿਸੇ ਦੀ ਬਹੁਤ ਉੱਚੀ ਬੁੱਧੀ ਹੋਊਗੀ ਉਹੀ ਐਵੇਂ ਪ੍ਰਾਪਤ ਕਰ ਸਕਦਾ। ਇੱਥੇ ਆਪਾਂ ਨੂੰ ਉਹਨਾਂ ਨੇ ਉਹ ਵਿਸ਼ੇਸ਼ ਕਿਸਮ ਦਾ ਗਿਆਨ ਇਕੱਠਾ ਕਰਕੇ ਦਿੱਤਾ। ਇੱਕ ਤਾਂ ਹੁੰਦਾ ਵੀ ਇਨਗਰੀਡੀਅੰਟ ਪਏ ਨੇ, ਸਮਾਨ ਪਿਆ, ਉਹਦੀ ਖੀਰ ਬਣਾਉਣੀ ਆ, ਖੀਰ ਬਣਾ ਕੇ ਖਾਣੀ ਆ। ਇੱਕ ਬਣੀ ਬਣਾਈ ਖੀਰ ਪਈ ਆ, ਬਸ ਉਹਨੂੰ ਖਾਣਾ ਹੀ ਆ। ਇਹ ਇੱਕ ਬਣੀ ਬਣਾਈ ਖੀਰ ਕਹਿ ਲਓ। ਥਾਲ ਤਿਆਰ ਕਰਤਾ ਗਿਆਨ ਦਾ, ਥਾਲ ਵਿੱਚ ਤਿੰਨ ਵਸਤੂ ਪਈ ਆ, ਸਤ ਸੰਤੋਖ ਵਿਚਾਰੋ। ਇੱਕ ਥਾਲ ਤਿਆਰ ਕਰਤਾ ਗਿਆਨ ਦਾ, ਬਸ ਇਹਨੂੰ ਖਾਣਾ ਹੀ ਆ। ਖਾਣਾ ਮਤਲਬ ਵਿਚਾਰਨਾ ਹੀ ਆ, ਵਿਚਾਰ ਕੇ ਗਿਆਨ ਹਾਸਲ ਹੋ ਜਾਣਾ। ਜਦੋਂ ਆਪਾਂ ਸੰਸਾਰ ਨੂੰ ਦੇਖ ਕੇ ਵਿਚਾਰਾਂਗੇ, ਫਿਰ ਆਪਾਂ ਨੂੰ ਪਹਿਲਾਂ ਥਾਲ ਦੇ ਵਿੱਚ ਸਮਾਨ ਇਕੱਠਾ ਕਰਨਾ ਪਊਗਾ, ਫਿਰ ਉਹਨੂੰ ਵਿਚਾਰ ਕੇ ਫਿਰ ਅਸਲੀਅਤ ਤੱਕ ਪੁੱਜਿਆ ਜਾ ਸਕਦਾ। ਮਤਲਬ ਇਹ ਫਰਕ ਆ। ਇਹ ਸਾਨੂੰ ਇੱਕ ਆਲਰੇਡੀ ਉਹਨਾਂ ਨੇ ਬਹੁਤ ਵਧੀਆ ਚੀਜ਼ ਗ੍ਰੰਥ ਰੂਪੀ ਥਾਲ ਤਿਆਰ ਕਰਕੇ ਦਿੱਤਾ। ਇਹਦੇ ਵਿੱਚ ਹੀ ਸਾਨੂੰ ਸੌਖਾ ਹੀ ਮਿਲ ਜਾਣਾ ਜਿਹੜਾ ਅਸੀਂ ਲੱਭਣਾ ਚਾਹੁੰਦੇ ਹਾਂ।